ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਤੁਸੀਂ ਉੱਤੇ ਟਾਈਟਲ ਵਿੱਚ ਪੜ੍ਹ ਰਹੇ ਹੋ ਵੀ ਭਾਰਤ ਵਿੱਚ ਆਉਣ ਵਾਲਾ ਸਮਾਂ ਸਿੱਖਾਂ ਵਾਸਤੇ ਕਿਸ ਤਰ੍ਹਾਂ ਦਾ ਹੋ ਸਕਦਾ, ਅਤੇ ਬਿਲਕੁਲ ਉਹੋ ਜਿਹਾ ਹੋਊਗਾ ਜਿਹੋ ਜਿਹਾ ਪਹਿਲਾਂ ਸਾਡੇ ਨਾਲ ਇਹਨਾਂ ਨੇ ਵਰਤਾਰਾ ਕੀਤਾ, ਜਿਹਨੂੰ ਅਸੀਂ ਬੜੀ ਛੇਤੀ ਭੁੱਲ ਜਾਂਦੇ ਹਾਂ। 1947 ਤੋਂ ਲੈ ਕੇ ਹੁਣ ਤੱਕ ਜੋ ਸਾਡੇ ਨਾਲ ਕਰ ਰਹੇ ਆ, ਇਹਨਾਂ ਨੇ ਕੀਤਾ ਉਹ ਫਿਰ ਪ੍ਰਚੰਡ ਰੂਪ ਵਿੱਚ ਕਰ ਸਕਦੇ ਆ। ਜੋ 84 ਵਿੱਚ ਸਾਡੇ ਹਰਿਮੰਦਰ ਸਾਹਿਬ 'ਤੇ ਅਟੈਕ ਕੀਤਾ ਗਿਆ, ਸੋ ਸਾਡੀਆਂ ਧੀਆਂ ਭੈਣ ਦੀਆਂ ਇੱਜ਼ਤਾਂ ਲੁੱਟੀਆਂ ਗਈਆਂ, ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ ਆ, ਉਹ ਸਾਰਾ ਕੁਝ ਫੇਰ ਛੇਤੀ ਵਾਪਰ ਸਕਦਾ ਆ। ਜਿੱਦਾਂ ਦੇ ਹਾਲਾਤ ਬਣ ਰਹੇ ਆ, ਜਿੱਦਾਂ ਦੇ ਮੁਸਲਮਾਨਾਂ ਦੇ ਹਜਾਬ 'ਤੇ ਕਿੰਤੂ ਪਰੰਤੂ ਹੋ ਰਿਹਾ, ਸਿੱਖਾਂ ਦੀ ਦਸਤਾਰ 'ਤੇ ਕਿੰਤੂ ਪਰੰਤੂ ਹੋ ਰਿਹਾ। ਕਦੀ ਕਿਸੇ ਸਿੱਖ ਨੂੰ ਦਿੱਲੀ 'ਚ ਕੁੱਟ ਕੇ ਗ੍ਰੰਥੀ ਸਿੰਘ ਦੇ ਭੁਜੰਗੀ ਨੂੰ ਮਾਰ ਦਿੱਤਾ ਜਾਂਦਾ, ਸ਼ਰੇਆਮ ਸਿੱਖਾਂ ਦੀ ਧੀ ਦੀ ਇੱਜ਼ਤ ਲੁੱਟ ਕੇ ਉਹਦੇ ਕੇਸ ਕੱਟੇ ਜਾਂਦੇ ਆ। ਤੋ ਇਸ ਤਰ੍ਹਾਂ ਦਾ ਕਿੰਨਾ ਕੁਝ ਹੋ ਰਿਹਾ, ਅਤੇ ਇਹ ਫਿਰ ਕੁਝ ਹੋ ਸਕਦਾ, ਵਾਪਰ ਸਕਦਾ ਆ। ਸਾਨੂੰ ਸੁਚੇਤ ਅਵੇਅਰ ਹੋਣ ਦੀ ਬੜੀ ਲੋੜ ਆ ਸਾਨੂੰ ਸਿੱਖਾਂ ਨੂੰ। ਤੋ ਖਾਸ ਕਰਕੇ ਪੰਜਾਬ ਵਾਲੇ ਵੀ, ਖਾਸ ਕਰਕੇ ਪੰਜਾਬ ਤੋਂ ਜਿਹੜੇ ਪੰਜਾਬ ਬਾਹਰ ਰਹਿੰਦੇ ਆ ਉਹਨਾਂ ਵਾਸਤੇ ਵੀ, ਜਿਹੜੇ ਹੋਰ ਇੰਡੀਆ ਦੀ ਅਦਰ ਸਟੇਟ ਵਿੱਚ ਰਹਿੰਦੇ ਆ, ਹੋਰ ਰਾਜਾਂ ਵਿੱਚ ਰਹਿੰਦੇ ਆ, ਅਤੇ ਤਿਆਰ ਬਰ ਤਿਆਰ ਸ਼ਸਤਰਧਾਰੀ ਹੋਣ ਦੀ ਬੜੀ ਜ਼ਰੂਰਤ ਆ। ਤੋ ਜਿਵੇਂ ਧੰਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਮਹਾਂਪੁਰਖ ਕਿਸੇ ਗੁਰਮੁਖ ਘਰੇ ਗਏ, ਅਤੇ ਉਹਨੇ ਘਰ TV ਫਰਿੱਜ ਰੱਖੀਆਂ ਸੀ, ਅਤੇ ਮਹਾਂਪੁਰਖ ਕਹਿੰਦੇ ਹਥਿਆਰ ਵੀ ਰੱਖਿਆ ਕੋਈ? ਅਤੇ ਕਹਿੰਦਾ ਜੀ ਹਥਿਆਰ ਤਾਂ ਮੈਂ ਨਹੀਂ ਕੋਈ ਰੱਖਿਆ। ਮਹਾਂਪੁਰਖ ਕਹਿੰਦੇ ਕਿ ਜੇ ਕੋਈ ਦੁਸ਼ਮਣ ਆ ਗਿਆ ਤਾਂ ਸਿਰ 'ਚ ਚੁੱਕ ਕੇ ਫਰਿੱਜ 'ਚ ਕਿ TV ਮਾਰੇਗਾ, ਫਰਿੱਜ ਸਿਰ 'ਚ ਚੁੱਕ ਕੇ ਮਾਰੇਗਾ? ਤੋ ਮਹਾਂਪੁਰਖਾਂ ਦੇ ਬਚਨ ਕਹਿੰਦਾ ਮੈਂ ਸੁਣ ਕੇ ਹਥਿਆਰ ਲੈ ਲਏ। ਉਹ ਸਮਾਂ ਮਹਾਂਪੁਰਖਾਂ ਦਾ ਕਹਿੰਦਾ ਯਾਦ ਆਇਆ, ਜਦੋਂ ਫਿਰ ਸਿੱਖਾਂ ਦੀ ਨਸਲਕੁਸ਼ੀ ਕਰਨ ਲਈ 84 'ਚ ਹਜੂਮ ਚੜ੍ਹ ਕੇ ਸਾਡੇ ਘਰ ਵੀ ਆਇਆ, ਬਾਹਰ ਦਾ ਜਿੰਦਰਾ ਤੋੜ ਕੇ ਅੰਦਰ ਵੜਿਆ, ਅਤੇ ਅਸੀਂ ਫਿਰ ਸ਼ਸਤਰ ਲਿਆ ਸੀ ਮੇਰੇ ਬੱਚਿਆਂ ਅਤੇ ਮੈਂ, ਅਸੀਂ ਫਿਰ ਉੱਤੇ ਚੁਬਾਰੇ 'ਤੇ ਚੜ੍ਹ ਕੇ, ਕਹਿੰਦਾ ਉੱਤੋਂ ਫਿਰ ਅਸੀਂ ਸਿੱਧੀਆਂ ਗੋਲੀਆਂ ਤੋਂ ਮਾਰੀਆਂ ਉਹਨਾਂ ਦੇ ਹਿੱਕਾਂ 'ਚ, ਅਤੇ ਫਿਰ ਉੱਥੇ ਚੱਪਲਾਂ ਹੀ ਰਹਿ ਗਈਆਂ ਵਿਹੜੇ 'ਚ, ਸਾਰੇ ਭੱਜ ਗਏ। ਜੇ ਆਂਦਾ ਸ਼ਸਤਰ ਨਾ ਹੁੰਦੇ ਅਤੇ ਸਾਡੀਆਂ ਧੀਆਂ ਭੈਣ ਦੀਆਂ ਇੱਜ਼ਤਾਂ ਨਾ ਲੁੱਟਣੀਆਂ ਸੀ, ਇਹੋ ਕੁਝ ਹੋਣਾ ਸੀ। ਤੋ 1984 ਵਿੱਚ ਵੀ ਦਿੱਲੀ ਵਿੱਚ ਜੋ ਸਿੱਖਾਂ ਦੀ ਨਸਲਕੁਸ਼ੀ ਕੀਤੀ, ਜੋ ਉੱਥੇ ਅਸੀਂ ਜਿਹੜੇ ਸ਼ਸਤਰਧਾਰੀ ਹਥਿਆਰਬੰਦ ਹੁੰਦੇ ਤਿਆਰ ਬਰ ਤਿਆਰ, ਤੋ ਆਪਣੀ ਉੱਥੇ ਰੱਖਿਆ ਸੈਲਫ ਡਿਫੈਂਸ ਕਰ ਸਕਦੇ ਸੀ। ਇੱਕ ਮੈਂ ਗ੍ਰੰਥੀ ਸਿੰਘ ਮਿਲਿਆ ਇੰਗਲੈਂਡ ਵਿੱਚ, ਅਤੇ ਉਹ ਲੈਸਟਰ ਵਿੱਚ ਡਿਊਟੀ ਗ੍ਰੰਥੀ ਸਿੰਘ ਦੀ ਕਰਦਾ। ਉਹ ਕਹਿੰਦਾ ਉਦੋਂ ਅਸੀਂ ਦਿੱਲੀ 'ਚ ਹਾਂ ਜਦੋਂ ਸਿੱਖਾਂ ਦੀ ਨਸਲਕੁਸ਼ੀ ਕੀਤੀ ਜਾ ਰਹੀ ਸੀ, ਅਤੇ ਕਹਿੰਦਾ ਹੈ ਵੀ ਅਸੀਂ ਉੱਥੇ ਸਾਰੇ ਇਕੱਠੇ ਹੋ ਕੇ, ਸਾਨੂੰ ਫੌਜ ਨੇ ਪੁਲਿਸ ਨੇ ਆਖਿਆ ਵੀ ਹਥਿਆਰ ਰੱਖ ਦਿਓ। ਅਸੀਂ ਬੋਤਲਾਂ ਵਿੱਚ ਤੇਜ਼ਾਬ ਪਾ ਕੇ, ਇਤਿਆਦਿਕ ਚੀਜ਼ਾਂ ਪਾ ਕੇ ਤਿਆਰੀ ਰੱਖੀ ਸੀ, ਅਤੇ ਕਿਰਪਾਨਾਂ ਰੱਖੀਆਂ ਸੀ। 2-3 ਨਾਲ ਸਾਡੇ 'ਤੇ ਹਮਲਾ ਕਰਨ ਆਏ, ਕਿਉਂਕਿ ਕਹਿੰਦਾ ਅਸੀਂ ਡਟ ਕੇ ਉਹਨਾਂ ਦਾ ਅੱਗੋਂ ਸਾਹਮਣਾ ਕੀਤਾ। ਹੋਰ ਸਾਰੇ ਗੁਰਦੁਆਰਿਆਂ 'ਚ ਅੱਗਾਂ ਲਾਤੀਆਂ, ਸਾਡਾ ਗੁਰਦੁਆਰੇ ਨਹੀਂ ਅੱਗ ਲੱਗੀ। ਕਹਿੰਦਾ ਅਸੀਂ ਤਗੜੇ ਹੋ ਕੇ ਰਹੇ, ਅਸੀਂ ਪੁਲਿਸ ਜਾ ਕੇ ਲਾ ਕੇ ਹਥਿਆਰ ਨਹੀਂ ਛੱਡੇ, ਅਤੇ ਅਸੀਂ ਕਿਰਪਾਨਾਂ ਲੈ ਕੇ ਤਿਆਰ ਬਰ ਤਿਆਰ ਰਹੇ ਹਾਂ, ਅਤੇ ਸਾਡਾ ਨੁਕਸਾਨ ਉੱਥੇ ਨਹੀਂ ਕਰ ਸਕੇ। ਅਤੇ ਅਸੀਂ ਤਾਂ ਆਪ ਆਪਣੇ ਸ਼ਸਤਰ ਛੱਡੀ ਜਾਂਦੇ ਹਾਂ, ਬੇਸ਼ਸਤਰ ਹੋ ਕੇ ਬੈਠੇ ਹਾਂ। ਤੋ ਮਹਾਰਾਜ ਜੀ ਦੇ ਬਚਨ ਹੈ, ਸ਼ਸਤਰ ਕੇ ਅਧੀਨ ਹੈ ਰਾਜ, ਜੋ ਨਾ ਧਰੈ ਤਿਸ ਬਿਗ੍ਰਹਿ ਕਾਜ। ਤੋ ਸ਼ਸਤਰ ਅਧੀਨ ਰਾਜ ਆ, ਜਿਹੜਾ ਧਾਰਨ ਨਹੀਂ ਕਰਦਾ ਉਹਦਾ ਕਾਜ ਵਿਗੜਦਾ ਹੀ ਵਿਗੜਦਾ ਆ। ਜਿਹੜਾ ਬੜਾ ਲੋਕਤੰਤਰ ਦਾ ਰੌਲਾ ਪਾਉਂਦੇ ਸੀ, ਹਾਂ ਸਿੱਖ ਲੋਕਤੰਤਰ ਸਭ ਤੋਂ ਵੱਧ ਅਪਣਾਉਂਦਾ, ਤੋ ਸਿੱਖ ਕਲਮ ਦੀ ਜੰਗ ਕਰਦਾ ਆ, ਪਰ ਸਿੱਖ ਸ਼ਸਤਰਧਾਰੀ ਹੋ ਕੇ ਵੀ ਰਹਿੰਦਾ। ਕਲਗੀਧਰ 5 ਜਾਮਿਆਂ ਤੱਕ ਮਹਾਰਾਜ ਜੀ ਨੇ ਸ਼ਾਂਤਮਈ ਉਪਦੇਸ਼ ਦਿੱਤਾ, ਫਿਰ ਅਗਲੇ ਜਾਮਿਆਂ ਤੱਕ ਮੈਨੇ ਸ਼ਸਤਰਧਾਰੀ ਹੋ ਕੇ ਰਹੇ। ਤੋ ਕਈ ਕਹਿੰਦੇ ਆ ਜੀ ਇਹ ਹੁਣ ਜ਼ਮਾਨਾ ਬਦਲ ਗਿਆ ਜੀ, ਹੁਣ ਤਾਂ ਲੋਕਤੰਤਰੀ ਗੱਲਾਂ ਹੁੰਦੀਆਂ ਆ, ਹੁਣ ਸ਼ਸਤਰ ਦੀ ਗੱਲ ਨਹੀਂ। ਆ ਵੇਖ ਲਓ ਰੂਸ ਵਿੱਚ 2 ਦੇਸ਼ ਛੋਟੇ ਉਹਨਾਂ ਉਹ ਕੱਢੇ ਉੱਥੋਂ ਯੂਕਰੇਨ 'ਚ, ਉਹ ਮੁੜ ਕੇ ਉਹ ਕੋਈ ਦਿੰਦਾ ਕਿਸੇ ਨੂੰ ਕੋਈ ਰਾਜ, ਫਿਰ ਕਿੱਧਰ ਗਿਆ ਹੁਣ ਲੋਕਤੰਤਰ? ਵੇਖ ਤੇ ਹਥਿਆਰਾਂ ਨਾਲ ਫਿਰ ਜੰਗਾਂ ਹੁੰਦੀਆਂ, ਚਾਹੇ ਆਮ ਲੋਕ ਹੀ ਮਰਨ ਦੇ ਨੇ। ਇਹ ਰਾਖਸ਼ ਸਾਰੇ ਅਮਰੀਕਾ ਰੂਸ ਵਾਲੇ ਰਾਖਸ਼ ਜਿਹੜੇ ਆ ਗਰੀਬਾਂ ਨੂੰ ਮਾਰਦੇ, ਪਰ ਗੱਲ ਸ਼ਸਤਰ ਦੀ ਵੇਖੋ। ਕਈ ਕਹਿੰਦੇ ਹੁਣ ਜਿਹੜੀ ਕਈ ਖਾੜਕੂਆਂ ਨੂੰ ਵੀ ਭੰਡੀ ਜਾਂਦੇ ਵੀ ਖਾੜਕੂਆਂ ਨੇ ਤਾਂ ਮੰਨੀ ਨਹੀਂ ਗੱਲ ਜੀ, ਸ਼ਸਤਰਾਂ ਤੋਂ ਬਿਨਾਂ ਕੌਣ? ਮਹਾਰਾਜ ਦੇ ਬਚਨ ਹੈ, ਸ੍ਰੀ ਮੁਖ ਭੰਨਿਓ ਗਰੀਬ ਨਿਵਾਰ, ਸ਼ਸਤਰ ਕੇ ਅਧੀਨ ਹੈ ਰਾਜ, ਰਾਜ ਬਿਨਾ ਨਹਿ ਧਰਮ ਚਲੈ ਹੈ, ਧਰਮ ਬਿਨਾ ਸਬਦ ਲੈ ਮਲੈ ਹੈ। ਸੋ ਇਸ ਤਰ੍ਹਾਂ ਇਹ ਕਿੰਨੀਆਂ ਫੌਜਾਂ ਸਾਰੇ ਦੇਸ਼ ਲੋਕਤੰਤਰ ਦਾ ਮੁਖੌਟਾ ਸਾਰਿਆਂ ਪਾਇਆ, ਪਰ ਸਾਰੇ ਰਾਜਤੰਤਰ ਹੀ ਵਰਤਦੇ ਆ। ਸਾਰਿਆਂ ਕਿੰਨੀਆਂ ਡਿਫੈਂਸ ਫੌਜਾਂ ਰੱਖੀਆਂ, ਕਿੰਨਾ ਡਿਫੈਂਸ ਬਜਟ ਰੱਖਦੇ ਆ, ਕਿੰਨਾ ਇਹ ਫੌਜਾਂ ਲਾਉਂਦੇ ਆ, ਟੈਂਕ ਲੈਂਦੇ ਆ, ਸਾਰਾ ਕੁਝ ਹੈ ਨਾ। ਇਸ ਕਰਕੇ ਸ਼ਸਤਰ ਦੇ
ਧਾਰੀ ਹੋਣਾ ਤਾਂ ਜ਼ਰੂਰੀ ਆ। ਹਾਂ, ਪਹਿਲਾਂ ਸੰਤ ਬਾਬਾ ਜਰਨੈਲ ਸਿੰਘ ਨੇ ਵੀ ਅਨੰਦਪੁਰ ਸਾਹਿਬ ਦਾ ਮਤਾ ਹੱਕ ਮੰਗੇ ਨਹੀਂ ਦਿੱਤੇ, ਫਿਰ ਸ਼ਸਤਰਧਾਰੀ ਤਿਆਰ ਹੋ ਕੇ ਰਹੇ ਨਾ। ਹੁਣ ਯੂਕਰੇਨ ਵਾਲੇ ਆਖਣ ਜੀ ਲੋਕਤੰਤਰ ਵੇਖ ਲਓ, ਲੋਕਤੰਤਰ ਵੇਖ ਲਓ, ਰੂਸ ਵਾਲੇ ਮੰਨਣਗੇ? ਅੱਗੋਂ ਫਿਰ ਸਾਹਮਣਾ ਕਰਨਾ ਪੈਣਾ ਯੋਧਿਆਂ ਵਾਂਗੂ। ਸੋ ਇਸ ਕਰਕੇ ਸ਼ਸਤਰਧਾਰੀ ਹੋ ਕੇ ਰਹੀਏ। ਪੰਜਾਬ ਵਿੱਚ ਬਾਹਰਲੇ ਸਟੇਟਾਂ ਸਿੱਖਾਂ ਨਾਲ ਬਹੁਤ ਕੁਝ ਐਸਾ ਵਾਪਰ ਸਕਦਾ ਛੇਤੀ, ਤੋ ਇੱਦਾਂ ਬੇਅਣਖੇ ਬੇਗੈਰਤ ਨਾ ਰਹੀਏ, ਤਿਆਰ ਹੋਈਏ। ਇਹ ਉਹੋ ਹੀ ਨੇ ਜਿਨ੍ਹਾਂ ਨੂੰ ਜਿਨ੍ਹਾਂ ਦੇ ਨਾਲ ਵਾਹ ਪਿਆ ਨਾ ਦਿੱਲੀ ਵਾਲਿਆਂ ਨਾਲ। ਇਹ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਆ, ਇਹ ਕੁੱਤਾ ਰਾਜ ਬਹਾਲੀ ਹੈ ਮੁੜ ਚੱਕੀ ਚੱਟੈ, ਤੋ ਸੱਪੈ ਦੁੱਧ ਪਿਆਲੀ ਹੈ ਵੇਹ ਮੁੱਖ ਸੱਟੈ। ਇਹ ਤਾਂ ਸੱਪ ਨੂੰ ਦੁੱਧ ਪਿਆ ਕੇ ਨਾ, ਸੱਪ ਨੂੰ ਦੁੱਧ ਪਿਆਓ ਭਾਈ ਗੁਰਦਾਸ ਜੀ ਕਹਿੰਦੇ, ਮੁੜ ਕੇ ਉਹ ਜ਼ਹਿਰ ਹੀ ਸੁੱਟਦਾ ਮੂੰਹ 'ਚੋਂ। ਇਸ ਕਰਕੇ ਮਹਾਰਾਜ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੀ ਫਰਮਾਇਆ ਵੀ ਹਿੰਦੂ ਅੰਨਾ ਤੁਰਕੂ ਕਾਣਾ ਦੋਹਾਂ 'ਤੇ ਗਿਆਨੀ ਸਿਆਣਾ। ਅਤੇ ਕਲਗੀਧਰ ਮਹਾਰਾਜ ਸਾਹਿਬ ਜੀ ਇਹਨਾਂ ਦਾ ਭਲਾ ਕਰ ਰਹੇ ਸਨ, ਅਤੇ ਕਲਗੀਧਰ ਸਾਹਿਬ ਨਾਲ ਲੜਦੇ ਰਹੇ ਆ। ਪਹਾੜੀ ਰਾਜੇ ਸਾਰੇ, ਛੇਵੇਂ ਪਾਤਸ਼ਾਹ ਮਹਾਰਾਜ ਇਹਨਾਂ ਦੇ ਬਤਾਦਿਆਂ ਬਾਬੇ ਨੂੰ ਰਿਹਾ ਕਰਾਇਆ ਗਵਾਲੀਅਰ ਦੇ ਕਿਲ੍ਹੇ 'ਚੋਂ, ਅਤੇ ਕਲਗੀਧਰ ਸਾਹਿਬ ਨਾਲ ਜੰਗਾਂ ਕਰਦੇ ਰਹੇ। ਇਸ ਕਰਕੇ ਕਿੱਦਾਂ ਵਿਸ਼ਵਾਸ ਕਰ ਸਕਦੇ ਹਾਂ ਕੁਝ ਕੁ ਰੱਬ ਦੇ ਭੈ ਵਾਲਿਆਂ ਨੂੰ ਛੱਡ ਕੇ? ਇਹਨਾਂ ਧੱਕਾ ਸਾਡੇ ਨਾਲ ਇਸੇ ਤਰ੍ਹਾਂ ਕਰਨਾ ਆ ਜਾਂ ਤਿਆਰ ਹੋਈਏ, ਨਹੀਂ ਤਾਂ ਫਿਰ ਉਹ ਹਾਲਤ ਹੋਣੀ ਜਦੋਂ ਬਾਬਰ ਚੜ੍ਹ ਕੇ ਆਇਆ ਸੀ ਨਾ ਇੱਥੇ। ਅਤੇ ਚੀਨ ਰੂਸ ਵੀ ਇੱਥੇ ਚੜ੍ਹ ਕੇ ਭਾਰਤ 'ਤੇ ਆ ਸਕਦੇ 100 ਸਾਖੀ ਦੇ ਵਚਨ ਅੱਗੇ ਤੁਹਾਨੂੰ ਦੱਸਦਾ। ਪਰ ਉਸ ਤੋਂ ਪਹਿਲਾਂ ਤਾਂ ਹਿੰਦੁਸਤਾਨ ਵਾਲੇ ਸਿੱਖਾਂ ਦੇ ਨਾਲ ਬਹੁਤ ਬੇਹੁਰਤੀ ਇਸ ਤਰ੍ਹਾਂ ਕਰਨੀ ਆ, ਅਤੇ ਜੰਗ ਵੀ ਲੱਗਦੀ ਹੈ, ਅਤੇ ਇਹਨਾਂ ਲੁਟੇਰੇ ਬਣ ਕੇ ਲੁੱਟਣਾ। ਤਾਂ ਇਸ ਕਰਕੇ ਆਪਾਂ ਫੈਸ਼ਨੇਬਲ ਜੋ ਸਾਡੀਆਂ ਬੀਬੀਆਂ ਭੈਣਾਂ ਫਸੀਆਂ, ਸ੍ਰੀ ਸਾਹਿਬ ਪਾਉਣੇ, ਗਾਤਰੇ ਗਲ 'ਚ ਪਾਉਣੇ, ਤੋ ਸਾਡੀਆਂ ਧੀਆਂ ਭੈਣਾਂ ਨੂੰ ਤਾਂ ਚੰਗੇ ਹੀ ਨਹੀਂ ਲੱਗਦੇ ਨਾ। ਸਾਡੇ ਆੜੇ ਹੁਣ ਨਾਅਰੇ ਲਾਉਂਦੇ ਆ, ਨਾਅਰੇ ਵੀ ਖਾਲਿਸਤਾਨ ਨਾਅਰੇ ਲਾਉਣੇ ਚੰਗੀ ਗੱਲ, ਜਜ਼ਬਾ ਹੋਣਾ ਚਾਹੀਦਾ ਹੈ। ਪਰ ਸੰਤ ਬਾਬਾ ਜਰਨੈਲ ਸਿੰਘ ਕਹਿੰਦੇ ਅਨੰਦਪੁਰ ਸਾਹਿਬ ਮਤਾ ਜੇ ਲੈਣਾ ਪਹਿਲਾਂ ਅਨੰਦਪੁਰ ਸਾਹਿਬ ਘਰੇ ਵੜ ਜਾਓ। ਮਹਾਂਪੁਰ ਕਹਿੰਦੇ ਵੀ ਖਾਲਸਾ ਜਿਹੜਾ ਭਰਮ ਤੋਂ ਰਹਿਤ ਆ ਨਾ, ਭਰਮ ਭੇਖ 'ਤੇ ਰਹਿ ਨਿਆਰਾ, ਸੋ ਉਹ ਮਰਨ ਦੇ ਖਾਲਸਾ ਜਿਹੜਾ ਭਰਮ 'ਚ ਨਹੀਂ ਪੈਂਦਾ। ਸੋ ਜਾ ਕੇ ਹਿਰਦੈ ਭਰਮ ਨਾ ਹੋਏ, ਖਾਲਸਾ ਖਾਸ ਕਹਾਵੈ ਸੋਏ। ਅਤੇ ਸੰਤ ਬਾਬਾ ਜਰਨੈਲ ਸਿੰਘ ਕਹਿੰਦੇ ਵੀ ਸਾਡੇ ਮਨ 'ਚ ਤਾਂ ਭਰਮ ਪਿਆ, ਸਾਨੂੰ ਪਤਾ ਨਹੀਂ ਲੱਗਦਾ ਵੀ ਅਸੀਂ ਬੀਬੀਆਂ ਕਿ ਬੰਦੇ ਹਾਂ, ਬੀਬੀਆਂ ਬੰਨਾ ਕਿ ਬੰਦੇ ਬੰਨਾ। ਇਸ ਕਰਕੇ ਨੌਜਵਾਨ ਕੇਸਾਧਾਰੀ ਅਮਰਧਾਰੀ ਨਿਤਨੇਮੀ ਰਹਿਤਮੰਦ ਕੇਸਾਧਾਰੀ ਹੋਣ, ਗੁਰੂ ਦਾ ਥਾਪੜਾ ਲੈ ਕੇ ਮੰਜ਼ਿਲ ਪ੍ਰਾਪਤ ਹੁੰਦੀ ਆ। ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰੂ ਸਾਹਿਬ ਥਾਪੜਾ ਦੇ ਕੇ ਅੰਮ੍ਰਿਤਧਾਰੀ ਸਿੰਘ ਬਣਾ ਕੇ ਰਹਿਤ ਪ੍ਰਪੱਕ ਰਿਹਾ ਕਿ ਤੋਰਿਆ, ਫਿਰ ਮੰਜ਼ਿਲਾਂ ਪ੍ਰਾਪਤ ਹੋਈਆਂ। ਗੁਰ ਗਿਆਮ ਗੁਰੂ ਹੋਏ ਵਾਲਖ ਬਾਹੇ ਕਿਆ ਕੀਜੇ, ਗੁਰੂ ਵੱਲ ਹੋਵੇ ਤਾਂ। ਜਿਵੇਂ ਜੰਗ ਦੇ ਮੈਦਾਨ 'ਚ ਕਲਗੀਧਰ ਸਾਹਿਬ ਜੀ ਸਿੰਘਾਂ ਨੂੰ ਰੋਕਿਆ, ਸਿੰਘ ਮੁਗਲਾਂ ਦੇ ਪਿੱਛੇ ਚੜ੍ਹ ਤੁਰੇ, ਮਹਾਰਾਜ ਕਹਿੰਦੇ ਰੁਕ ਜੋ, ਸਿੰਘ ਜੋਸ਼ ਵਿੱਚ ਆਏ ਰੁਕੇ ਨਹੀਂ, ਮਹਾਰਾਜ ਕਲਗੀਧਰ ਜੰਗ 'ਚੋਂ ਬਾਹਰ ਆ ਗਏ, ਤੋ ਮੁਗਲਾਂ ਦਾ ਪ੍ਰਭਾਵ ਪੈ ਗਿਆ। ਫਿਰ ਜਾ ਕੇ ਗੁਰੂ ਦੇ ਚਰਨ ਫੜੇ, ਕਲਗੀਧਰ ਸਾਹਿਬ ਜੀ ਆਓ। ਮਹਾਰਾਜ ਕਹਿੰਦੇ ਤੂੰ ਸਾਨੂੰ ਰੋਕਿਆ ਸੀ, ਰੁਕੇ ਨਹੀਂ। ਮਹਾਰਾਜ ਜੀ ਕਹਿੰਦੇ ਸਿੰਘ ਕਹਿੰਦੇ ਮਹਾਰਾਜ ਬਖਸ਼ ਲਓ। ਫਿਰ ਮਹਾਰਾਜ ਜੀ ਜੰਗ 'ਚ ਆਏ, ਅਤੇ ਫਿਰ ਸਿੰਘਾਂ ਦੀ ਜਿੱਤ ਹੋਈ ਸੀ। ਗੁਰੂ ਬਿਨਾਂ ਜਿੱਤ ਨਹੀਂ ਹੁੰਦੀ। ਇਸ ਕਰਕੇ ਅਸੀਂ ਫੈਸ਼ਨੇਬਲ ਹੋ ਗਏ ਹਾਂ, ਮੋਟਰਾਂ ਕਾਰਾਂ ਗੱਡੀਆਂ ਲੈ ਹਾਂ, ਸ੍ਰੀ ਸਾਹਿਬਾਂ ਪਾਈਏ, ਸ਼ਸਤਰਧਾਰੀ ਹੋਈਏ, ਲਾਇਸੈਂਸੀ ਹਥਿਆਰ ਬਣਾ ਸਕਦੇ ਹੋ ਬਣਾਈਏ, ਆਟੋਮੈਟਿਕ ਹਥਿਆਰ, ਕਿਰਪਾਨਾਂ ਰੱਖੀਏ ਸ੍ਰੀ ਸਾਹਿਬਾਂ। ਨਹੀਂ ਤਾਂ ਫਿਰ ਜੇ ਅਸੀਂ ਫੈਸ਼ਨੇਬਲ ਹੋਏ ਰਹੀਆਂ, ਸਾਡੀਆਂ ਧੀਆਂ ਭੈਣਾਂ ਅਸੀਂ ਇੱਦਾਂ ਹੋਏ ਰਹੇ, ਤਾਂ ਫਿਰ ਤਾਂ ਮਹਾਰਾਜ ਜੀ ਕਹਿੰਦੇ ਆ ਵੀ ਉਹ ਹਾਲ ਹੋਣਾ ਜਦੋਂ ਬਾਬਰ ਚੜ੍ਹ ਕੇ ਆਇਆ ਸੀ, ਅਤੇ ਹਿੰਦੁਸਤਾਨ ਦੀਆਂ ਹਿੰਦਵਾਣੀਆਂ ਅਤੇ ਪਠਾਣੀਆਂ ਦੇ ਕਿਸ ਤਰ੍ਹਾਂ ਸੁਹਾਗ ਰੁਲੇ ਸੀ। ਅਤੇ ਇਸੇ ਤਰ੍ਹਾਂ ਜੇ ਵਿਸ਼ਵ ਯੁੱਧ ਦਾ ਸਮਾਂ ਬਣਦਾ, ਜੇ ਵਿਸ਼ਵ ਯੁੱਧ ਲੱਗਦਾ ਜਾਂ ਹਿੰਦੂ ਸਾਡੇ ਦੇ ਫਿਰ ਅੱਗੇ ਵਾਂਗੂ ਨਸਲਕੁਸ਼ੀ ਕਰਨਾ ਚਾਹੁਣਗੇ, ਅਤੇ ਇਹ ਫਿਰ ਇੱਜ਼ਤਾਂ ਰੁਲਣੀਆਂ ਆ। ਅਤੇ ਇਸ ਕਰਕੇ ਜੇ ਉਹ ਹਾਲ ਹੋਣਾ ਜਿਵੇਂ ਮਹਾਰਾਜ ਜੀ ਗੁਰਬਾਣੀ 'ਚ ਫਰਮਾਇਆ ਨਾ ਵੀ ਜਿਨ ਸਿਰ ਸੋਹਣ ਪੱਟੀਆ ਮੰਗੀ ਪਾਏ ਸੰਧੂਰ, ਸੇ ਸਿਰ ਕਾਤੀ ਮੁੰਨੀਆਂ ਗਲ ਵਿੱਚ ਆਵੈ ਧੂੜ, ਅਤੇ ਮਹਿਲਾਂ ਅੰਦਰ ਹੋਦੀਆ ਹੁਣ ਬਹਿਣ ਨਾ ਮਿਲਣ ਹਦੂਰ। ਫਿਰ ਉਹ ਜਿਹੜੇ ਸਾਹਾਂ ਸੁਰਤ ਗਵਾਈਆਂ ਰੰਗ ਤਮਾਸ਼ਾ ਚਾਏ, ਉਹਨਾਂ ਆਪਣੀਆਂ ਭੁੱਲ ਗਏ ਸੀ ਰੱਬ ਨੂੰ, ਆਪਣਾ ਧਰਮ ਭੁੱਲ ਗਏ ਸੀ, ਡਿਫੈਂਸ ਕਰਨਾ ਭੁੱਲ ਗਏ ਸੀ। ਅਤੇ ਬਾਬਰ ਚੜ੍ਹ ਕੇ ਆਇਆ, ਫਿਰ ਜਿਨ੍ਹਾਂ ਦੇ ਸਿਰ 'ਤੇ ਸੰਧੂਰ ਪਾਉਂਦੀਆਂ ਸੀ ਸਿਰਾਂ 'ਚ, ਅਤੇ ਪੱਟੀਆਂ ਗਾਉਂਦੀਆਂ ਸੀ, ਮਿਹਡੀਆਂ ਕਰਦੀਆਂ, ਜਿਵੇਂ ਸਾਡੇ ਵਾਲੀਆਂ ਹੁਣ ਧੀਆਂ ਭੈਣਾਂ ਫੈਸ਼ਨੇਬਲ ਹੁੰਦੀਆਂ, ਸ੍ਰੀ ਸਾਹਿਬ ਨਹੀਂ ਪਾਉਂਦੀਆਂ, ਗੱਤਕਾ ਨਹੀਂ ਸਿੱਖਦੀਆਂ ਸਾਡੇ ਵੀਰ। ਅਤੇ ਫਿਰ ਉਹਨਾਂ ਦੇ ਸਿਰਾਂ ਦੇ ਫਿਰ ਉਹਨਾਂ ਦੇ ਕੇਸ ਮੁੰਨੇ ਗਏ ਗਲਾਂ 'ਚੋਂ ਹਾਰ ਲਾਉਣ ਲਈ, ਸੇ ਸਿਰ ਕਾਤੀ ਮੁੰਨੀਆਂ ਗਲ ਵਿੱਚ ਆਵੇ ਧੂੜ, ਗਲਾਂ ਜਿਹਨਾਂ ਦੇ ਘੱਟੇ ਪਾਏ ਗਏ, ਰੋਲੇ ਗਏ ਸੁਹਾਗ, ਮਹਿਲਾਂ ਅੰਦਰ ਹੁੰਦੀਆਂ ਹੁਣ ਬਹਿਲ ਨਾ ਮਿਲੇ ਹਦੂਰ। ਜੇ ਮਹਿਲਾਂ 'ਚ ਸੁੱਖ ਮਾਣਦੇ ਸੀ, ਅਤੇ ਹੁਣ ਉਹਨਾਂ ਮਹਿਲਾਂ ਦੇ ਨੇੜੇ ਵੀ ਨਹੀਂ ਢੁਕਣਾ ਉਹਨਾਂ ਨੂੰ ਮੁੜ ਕੇ ਮਿਲਿਆ।
ਹੁਣ ਅਸੀਂ ਕੋਠੀਆਂ ਦੇ ਸੁੱਖ ਮਾਣਦੇ ਹਾਂ, ਰੱਬ ਨੂੰ ਯਾਦ ਨਹੀਂ ਕਰਦੇ। ਮੁੜ ਕੇ ਇਹ ਹਾਲ ਸਾਡੇ ਹੋਣੇ ਆ। ਫਿਰ ਉਹ ਗਿਰੀ ਸ਼ੁਹਾਰੇ ਖਾਂਦੀਆਂ ਮਨਣ ਸਿਜੜੀਆਂ, ਇੱਦਾਂ ਦੇ ਸੁੱਖਾਂ 'ਚ ਫਸੇ ਹੋਏ ਸੀ। ਪਰ ਧਨ ਜੋਬਨ ਦੋਏ ਵੈਰੀ ਹੋਏ, ਜਿਨੀ ਰੱਖੇ ਰੰਗ ਲਾਏ। ਇਹ ਧਨ ਜੋਬਨ ਮੁੜ ਕੇ ਵੈਰੀ ਹੋ ਜਾਂਦੇ ਆ। ਇਸ ਕਰਕੇ ਮਹਾਰਾਜ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਇਹ ਸਿੱਖਿਆ ਦਿੱਤੀ ਆ ਵੀ ਅੱਗੋਂ ਦੇ ਜੇ ਚੇਤੀ ਹੈ ਤਾਂ ਕਾਇਤ ਮਿਲਿਆ ਸਜਾਏ। ਉੱਥੇ ਜਦੋਂ ਭੁੱਲ ਗਏ ਸੀ ਸਾਰੇ ਰੱਬ ਨੂੰ, ਅਤੇ ਸਾਹਾਂ ਸੁਰਤ ਗਵਾਈਆਂ ਰੰਗ ਤਮਾਸ਼ਾ ਜਾਏ। ਅਸੀਂ ਵੀ ਤਮਾਸ਼ਿਆਂ 'ਚ, ਫਿਲਮਾਂ ਗਾਣਿਆਂ 'ਚ, ਕੂੜ ਕਬਾੜ ਵਿਕਾਰਾਂ 'ਚ ਭੁੱਲੇ ਹਾਂ। ਅਤੇ ਮੁੜ ਕੇ ਜੇ ਚੀਨ ਰੂਸ ਚੜ੍ਹ ਆਇਆ ਇੱਥੇ, ਜਾਂ ਹਿੰਦੁਸਤਾਨੀਆਂ ਫਿਰ ਸਿੱਖਾਂ ਦੇ ਵਾਅਦੇ ਕੀਤੇ ਅਤੇ ਸੁਹਾਗ ਰੁਲਨੇ ਆ ਫਿਰ ਸਾਡੇ। ਰੱਬ ਨੂੰ ਚੇਤੇ ਕਰੀਏ, ਅੰਮ੍ਰਿਤ ਛਕ ਕੇ ਗੁਰਬਾਣੀ ਪੜ੍ਹੀ, ਰਹਿਤ ਰੱਖੀਏ। ਅੱਗੋਂ ਦੇ ਜੇ ਚੇਤੀ ਹੈ ਤਾਂ ਕਾਇਦ ਮਿਲਿਆ ਸਜਾਏ। ਜੇ ਪਹਿਲਾਂ ਸੁਚੇਤ ਹੋ ਜਾਈਏ ਤਾਂ ਫਿਰ ਕਿਉਂ ਸਜ਼ਾ ਮਿਲੇ। ਇਸ ਕਰਕੇ ਜਿਵੇਂ ਚੀਨ ਰੂਸ ਜਿਹੜਾ ਵਿਸ਼ਵ ਯੁੱਧ ਲੱਗਣ ਦੇ ਆਸਾਰ ਜਿਵੇਂ ਬਣ ਰਹੇ ਆ, ਤੋ ਇਹ ਜਿਵੇਂ ਪਹਿਲਾ ਵਿਸ਼ਵ ਯੁੱਧ ਜਦੋਂ ਹੋਣਾ ਸੀ ਉਦੋਂ ਕਿਸੇ ਨੂੰ ਪਤਾ ਸੀ ਕੋਈ ਵੀ ਕੀ ਹੋਣਾ, ਲੱਗੂਗਾ ਜਾਂ ਨਹੀਂ, ਉਹ ਵੀ ਲੱਗ ਗਿਆ। ਦੂਜਾ ਕਿਸੇ ਸੋਚਿਆ ਨਹੀਂ ਵੀ ਉਹ ਵੀ ਲੱਗੂਗਾ, ਉਹ ਵੀ ਲੱਗ ਗਿਆ। ਤੋ ਹੁਣ ਤੀਜਾ ਕਈ ਜਾਂਦੇ ਵੀ ਨਹੀਂ ਲੱਗ ਸਕਦਾ, ਇੱਦਾਂ ਕਿੱਦਾਂ ਹੋ ਸਕਦਾ। ਹੁਣ ਪੜ੍ਹੀ ਲਿਖੀ ਦੁਨੀਆ ਆ, ਲੋਕਤੰਤਰੀ ਰਾਜ ਆ, ਇੱਦਾਂ ਵਿਚਾਰਾਂ ਕਰਦੇ ਸੀ। ਅਤੇ ਹੁਣ ਰੂਸ ਨੇ ਤਾਂ ਸਭ ਲੋਕਤੰਤਰ ਦੀਆਂ ਹੱਦਾਂ ਤੋੜ ਕੇ ਅਤੇ ਯੂਕਰੇਨ 'ਤੇ ਹਮਲਾ ਕਰਤਾ। ਚਾਹੇ ਅਮੈਰੀਕਾ ਵਰਗੇ ਵੀ ਰਾਖਸ਼ ਨੇ, ਉਹ ਯੂਕਰੇਨ ਦੀ ਸਪੋਰਟ 'ਚ ਨੇ, ਉਹ ਸਾਰੇ ਰਾਖਸ਼ ਹੀ ਨੇ, ਆਮ ਲੋਕਾਂ ਨੂੰ ਮਾਰਨ ਦਾ। ਅਮਰੀਕਾ ਵਾਲੇ ਅਤੇ ਰੂਸ ਵਾਲੇ, ਅਮਰੀਕਾ ਕਹਿੰਦਾ ਵੀ ਰੂਸ ਲੋਕਾਂ ਨੂੰ ਮਾਰ ਰਿਹਾ, ਅਤੇ ਅਮਰੀਕਾ ਨੇ ਕਿੰਨੇ ਦੇਸ਼ਾਂ 'ਚ ਲੋਕਾਂ ਨੂੰ ਮਾਰਿਆ। ਚਾਹੇ ਰੂਸ ਵਾਲੇ ਹਰਿਮੰਦਰ ਸਾਹਿਬ ਦੇ ਅਟੈਕ ਕਰਾਉਣ ਵਿੱਚ ਇਹਨਾਂ ਦਾ ਬੜਾ ਰੋਲ ਸੀਗਾ। ਤੋ ਇਹਨਾਂ ਦਾ ਮੰਤਰੀ ਇੱਕ ਆ ਕੇ ਦਿੱਲੀ ਬੈਠਾ ਰਿਹਾ ਜਦ ਤੱਕ ਹਰਿਮੰਦਰ ਸਾਹਿਬ 'ਤੇ ਇਹਨਾਂ ਨੇ ਸਿੰਘਾਂ ਨੂੰ ਸ਼ਹੀਦ ਨਹੀਂ ਕਰਦਾ। ਰੂਸ ਵਾਲਿਆਂ ਵੀ ਧੋਖਾ ਕੀਤਾ, ਅਤੇ ਬਰਤਾਨੀਆ ਇੰਗਲੈਂਡ ਵਾਲਿਆਂ ਵੀ ਮਦਦਾਂ ਕੀਤੀਆਂ ਇੰਦਰਾ ਗਾਂਧੀ ਦੀਆਂ। ਅਤੇ ਉਦੋਂ ਹੁਣ ਤਾਂ ਕਹਿੰਦੇ ਜਿਹੜਾ ਯੂਕਰੇਨ ਜਾਊਗਾ ਜੀ ਉਹ ਦੇਸ਼ ਭਗਤ ਆ ਜੀ, ਉਹ ਹੀਰੋ ਆ। ਅਤੇ ਉਦੋਂ ਜਦੋਂ ਸਾਡੇ 'ਤੇ ਹਰਿਮੰਦਰ ਸਾਹਿਬ 'ਤੇ ਅਟੈਕ ਹੋਇਆ ਸੀ, ਜਦੋਂ ਅਸੀਂ ਡਿਫੈਂਸ ਕੀਤਾ ਅਤੇ ਸਾਨੂੰ ਸਾਡੀ ਕਿਸੇ ਆਵਾਜ਼ ਨਹੀਂ ਬੁਲੰਦ ਕੀਤੀ। ਕੋਈ ਬੋਲਿਆ, ਕੋਈ ਬਰਤਾਨੀਆ ਇੰਗਲੈਂਡ ਅਮਰੀਕਾ ਰੂਸ ਕੋਈ ਬੋਲਿਆ ਵੀ ਸਾਨੂੰ ਤਾਂ ਸਗੋਂ ਅੱਤਵਾਦੀ ਆਖਿਆ ਗਿਆ। ਅਸੀਂ ਆਪਣੇ ਧਰਮ ਦੀ ਰੱਖਿਆ, ਹਰਿਮੰਦਰ ਸਾਹਿਬ ਪਾਕ ਪਵਿੱਤਰ ਸਾਡੇ, ਅਤੇ ਹਰਿਮੰਦਰ ਸਾਹਿਬ ਤੋਂ ਪਰਾਂ ਕੀ ਆ। ਇਸ ਕਰਕੇ ਹੁਣ ਯੂਕਰੇਨ ਦੇ ਲਈ ਕੋਈ ਜਾਂਦਾ, ਆਮ ਬੰਦਾ ਨੂੰ ਹੀਰੋ ਕਹਿੰਦੇ, ਅਤੇ ਸਾਨੂੰ ਅੱਤਵਾਦੀ ਕਿਹਾ ਗਿਆ। ਚਲੋ ਠੀਕ ਹੈ, ਆਮ ਲੋਕ ਹੀ ਮਾਰਨ ਦੇ ਆ, ਰੂਸ ਜਾਂ ਕੋਈ ਵੀ ਮਾਰਨ ਦਾ, ਸਹੀ ਗੱਲ ਨਹੀਂ, ਆਮ ਲੋਕਾਂ ਦੀ ਮਦਦ ਹੋਣੀ ਚਾਹੀਦੀ ਆ। ਸੋ ਮੈਂ ਕਹਿ ਰਿਹਾ ਸੀ, ਬੇਨਤੀ ਕਰ ਰਿਹਾ ਸੀਗਾ ਵੀ ਉਹ ਕੋਈ ਕਹਿੰਦੇ ਲੋਕਤੰਤਰੀ ਰਾਜ ਹੁਣ ਇਸ ਤਰ੍ਹਾਂ ਨਹੀਂ ਹੋਣਾ, ਇਸ ਤਰ੍ਹਾਂ ਨਹੀਂ ਹੋ ਸਕਦਾ। ਪਰ ਵੇਖੋ ਰੂਸ ਨੇ ਹਮਲਾ ਕਰਤਾ, ਤੋ ਫਿਰ ਵੇਖ ਲਓ ਵੀ ਇਹ ਵਿਸ਼ਵ ਯੁੱਧ ਵੀ ਤੀਸਰਾ ਲੱਗ ਸਕਦਾ ਆ। ਜਿਵੇਂ ਮਹਾਰਾਜ ਜੀ ਗੁਰਬਾਣੀ 'ਚ ਫਰਮਾਉਂਦੇ ਆ ਵੀ ਪਾਰੋਸੀ ਕੇ ਜੋ ਹੁਆ ਤੂੰ ਆਪਣੇ ਪੀ ਜਾਣ। ਤੋ ਉੱਥੇ ਜੋ ਹੋ ਰਿਹਾ ਇੱਥੇ ਵੀ ਹੋ ਸਕਦਾ, ਕਿਤੇ ਵੀ ਵਾਪਰ ਸਕਦੀ ਗੱਲ। ਤੋ ਜਿਸ ਤਰ੍ਹਾਂ ਮਹਾਰਾਜ ਜੀ ਗੁਰਬਾਣੀ 'ਚ ਫਰਮਾਉਂਦੇ ਆ ਵੀ ਜੋ ਮਨ ਚਿੱਤ ਨਾ ਚੇਤੇ ਸਨ ਸੋ ਗੱਲ ਹੀ ਰੱਬ ਕੀ ਆ। ਜਿਹੜੀ ਚੇਤੇ 'ਚ ਨਹੀਂ ਗੱਲ ਹੁੰਦੀ, ਮਹਾਰਾਜ ਉਹ ਵੀ ਕਰ ਦਿੰਦੇ ਆ। ਇਸ ਕਰਕੇ ਜਿਵੇਂ 100 ਸਾਖੀ 'ਚ ਵੀ ਬਚਨ ਆਉਂਦੇ ਆ ਕਿ ਜਿਨ ਕੀ ਰੱਖਿਆ ਕਾਰਨੇ ਪੰਥ ਕੀਓ ਪ੍ਰਕਾਸ਼, ਉੜਤ ਕਾਵਨ ਜਾਵੇਂਗੇ ਸਿੰਘ ਉਹਨਾਂ ਕੇ ਪਾਸ, ਦਰਬ ਮੁਲਕ ਕੀ ਜਾਨ ਕੇ ਖਾਵੇਂਗੇ ਆਪ, ਤਭੀ ਕਰੋਪ ਹੋਏ ਪ੍ਰਮਾਤਮਾ ਝਗੜਾ ਚੱਲੇ ਹਰਿਮੰਦਰ ਮਿਆਨ। ਇਹ ਕੁਝ ਬਚਨ ਪਹਿਲਾਂ ਜਿਵੇਂ ਵਾਪਰੇ ਆ, ਜਿਵੇਂ ਮੈਂ ਬਚਨ ਆਪ ਜੀ ਨੂੰ ਸੁਣਾਉਂਦੇ ਹਾਂ। ਬੇਗਾਨ ਬਹੁਤ ਮਰੇਂਗੇ ਸਿੰਘ ਗੁਰੂ ਕੀ ਸ਼ਾਨ, ਤਭੀ ਏਕ ਖਾਲਸਾ ਪ੍ਰਗਟ ਹੋਵੈ, ਕਿਲ੍ਹਾ ਬਣਾਵੈ ਹਰਿਮੰਦਰ ਗੁਆਨ। ਸੋ ਸੰਤ ਬਾਬਾ ਜਰਨੈਲ ਸਿੰਘ ਜੀ ਆਏ ਸੀ ਉਦੋਂ ਹਰਿਮੰਦਰ ਸਾਹਿਬ ਨੂੰ, ਕਿਲ੍ਹਾ ਬਣਾਇਆ ਸੀ ਨਾ। ਰਾਜ ਚਲ ਸੀ ਰੰਡੀ ਕਾ, ਫੌਜਾਂ ਚੜ੍ਹੇ ਹਰਿਮੰਦਰ ਮਿਆਨ। ਅਤੇ ਉਦੋਂ ਰੰਡੀ ਦਾ ਰਾਜ ਸੀਗਾ, ਇੰਦਰਾ ਗਾਂਧੀ ਰੰਡੀ ਸੀ, ਅਤੇ ਉਹ ਫੌਜਾਂ ਚੜ੍ਹ ਕੇ ਆਈਆਂ ਦਿੱਲੀ ਤੋਂ ਹਰਿਮੰਦਰ ਸਾਹਿਬ ਵਿੱਚ। ਖੁਰ ਭਿੱਜੇ ਘੋੜੇ ਕਾ ਹਰਿਮੰਦਰ ਮਿਆਨ। ਅਤੇ ਇੰਨਾ ਖੂਨ ਵਹਿਆ ਵੀ ਘੋੜੇ ਦਾ ਖੁਰ ਭਿੱਜ ਗਿਆ ਸੀ, ਹੈ ਨਾ। ਅਤੇ ਡਟ ਜਾਏਗਾ ਖਾਲਸਾ ਘੋਰ ਬਿਪਤ ਕੇ ਬਾਅਦ। ਫਿਰ ਖਾੜਕੂ ਯੋਧੇ ਜਟੇ ਹੀ ਘੋਰ ਬਿਪਤ ਤੋਂ ਬਾਅਦ। ਖੁਆਰ ਹੋਏ ਸਭ ਮਿਲੇਂਗੇ ਸਿੰਘ ਬਿਪਤ ਮਿਆਨ, ਤਬੈ ਮਾਝਾ ਮਾਲਵਾ ਦੁਆਬਾ ਦੁਖੀ ਹੋਵੇ ਸਭ ਗ੍ਰਾਮ। ਕਿੰਨੀ ਦੁਖੀ ਹੋਇਆ ਹੈ ਮਾਝਾ ਮਾਲਵਾ ਦੁਆਬਾ। ਤੋ ਖੰਡਾ ਖੰਡਾ ਚੜ੍ਹੇ ਤਬ ਅੰਮ੍ਰਿਤਸਰ ਪਟਲੇਸਵਰ ਕੇ ਧਾਮ, ਤਬੀ ਸਿੰਘ ਫੌਜ ਚੜ੍ਹੇ ਅਟਾਰੀ ਮਿਆਨ। ਤੋ ਉਦੋਂ ਫਿਰ ਅੱਗੇ ਬਚਨ ਹੁਣ ਜਿਹੜੇ ਆਏ ਵੀ ਤਬੀ ਸਿੰਘ ਫੌਜ ਚੜ੍ਹੇ ਅਟਾਰੀ ਮਿਆਨ। ਖੁਆਰ ਵੀ ਕਿੰਨੇ ਹੋ ਗਏ ਅਸੀਂ ਮਹਾਰਾਜ ਰੋਜ਼ ਬਚਨ ਪੜ੍ਹਦੇ। ਖੁਆਰ ਹੋਏ ਸਭ ਮਿਲਾਂਗੇ ਬੱਚੇ ਸ਼ਰਨ ਜੋ ਹੋਏ। ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਹਿਬ ਦੀ ਬੇਦਬੀ ਕਿੰਨੀ ਹੋ ਗਈ ਹੈ ਨਾ, ਕਿੰਨਾ ਕੁਝ ਖੁਆਰ ਹੋਏ ਆ।
ਤੋ ਹੁਣ ਜਿਹੜੇ ਅੱਗੇ ਬਚਨੇ ਆ, ਤਬੀ ਸਿੰਘ ਫੌਜ ਚੜੇ ਅਟਾਰੀ ਮਿਆਨ, ਅਟਾਰੀ ਬਾਰਡਰ ਖਾਲਸਾ ਚੜ੍ਹ ਕੇ ਆਉਣਾ। ਅੰਮ੍ਰਿਤਸਰ ਪਹੁੰਚ ਕਰ ਇਤਨਾ ਖੂਨ ਬਹਾਵੈ, ਘੋੜੇ ਕਾ ਤੰਗ ਖੂਨ ਮੈਂ ਭਿੱਜ ਜਾਵੇ। ਅੱਗੇ ਤੋਂ ਖੁਰ ਭਿੱਜਿਆ, ਹੁਣ ਤੰਗ ਤੱਕ ਤਾਂ ਗੋਡੇ ਤੱਕ ਭਿੱਜਣਾ, ਇੰਨਾ ਖੂਨ ਵਹਿਣਾ। ਤਬ ਜਲੰਧਰ ਲੋਧਪੁਰ ਕੋ ਲੂਟ ਕਰ, ਸ਼ਹਿਰ ਅੰਬਾਲਾ ਲੂਟ। 2.5 ਲੱਖ ਖਾਲਸਾ ਹੋਵੇ ਸ਼ਹੀਦ, 70 ਲੱਖ ਹਿੰਦੂ ਮਰ ਜਾਵੇ। ਤਬੀ ਰੂਸ ਚੀਨ ਹਿੰਦ ਮੈਂ ਚੜ੍ਹ ਆਵੈ, ਘੋਰ ਯੁੱਧ ਮਚ ਕਰ 70 ਕਰੋੜ ਸੇ 17 ਕਰੋੜ ਬਚ ਜਾਵੇ। ਦਿੱਲੀ ਤਖਤ ਪੈ ਬਹਿ ਜਾਵੇ ਗੁਰੂ ਕੀ ਫੌਜ, ਤਬੇ ਸਭੇ ਅੰਮ੍ਰਿਤ ਪਾਨ ਕਰੇ। ਤਾਬੇ ਚੱਲੇ ਜੋ ਪੰਥ ਕੀ, ਤਾਬੇ ਚੱਲੇ ਜੋ ਪੰਥ ਕੀ, ਤਾਬੇ ਚੱਲੇ ਜੋ ਪੰਥ ਕੇ, ਜਮ ਕਾ ਬਾਣ ਨਾ ਖਾਵੈ। ਨੰਗਾ ਭੁੱਖਾ ਮੰਗਤਾ ਕੋਈ ਨਾ ਜਾਵੈ, ਲੰਗਰ ਸਭ ਕੋ ਖਾਵੈ। ਤਬੀ ਕਲਯੁਗ ਮੈਂ ਸਤਯੁਗ ਹੋਸੀ ਜਾਨ। ਸੋ ਵੇਖੋ, ਚੀਨ ਅਤੇ ਰੂਸ ਦਾ ਹਮਲਾ ਕਰਨ ਦੀ ਵੀ ਗੱਲ ਕਹੀ ਆ। ਹੁਣ ਭਾਰਤ ਦੇ ਮੁੱਖ ਵਿੱਚ ਕੋਹੜ ਕਿਰਲੀ ਹੈ, ਅਤੇ ਨਾ ਤਾਂ ਚੀਨ ਦੀ, ਨਾ ਤਾਂ ਅਮੈਰੀਕਾ ਦੀ ਸਿੱਧੀ ਹਮਾਇਤ ਕਰ ਸਕਦਾ, ਨਾ ਰੂਸ ਦੀ ਸਿੱਧੀ। ਕਿਹੜੇ ਪਾਸੇ ਹੋਵੇ, ਇਹਦੇ ਸੱਪ 'ਚ ਦੇ ਮੂੰਹ 'ਚ ਕੋਹੜ ਕਿਰਲੀ ਵਾਲੀ ਗੱਲ ਹੋਈ ਪਈ ਆ। ਜੇ ਰੂਸ ਵੱਲ ਗੱਲ ਕਰਦਾ, ਸਾਰਾ ਯੂਰਪ ਅਤੇ ਅਮਰੀਕਾ ਨਾਰਾਜ਼ ਹੁੰਦਾ ਹੈ, ਅਤੇ ਜੇ ਇੱਧਰ ਦੀ ਗੱਲ ਕਰਦਾ, ਅਮਰੀਕਾ ਯੂਰਪ ਦੀ ਗੱਲ ਕਰਦਾ, ਅਤੇ ਰੂਸ ਵਾਲੇ ਨਾਰਾਜ਼ ਹੁੰਦੇ। ਅਤੇ ਰੂਸ ਕੋਲੋਂ ਤਾਂ ਸਾਰਾ ਇਹ ਮਿਸ਼ਨ ਲੈਂਦੇ ਰਹਿੰਦੇ, ਮੋਦੀ ਨੇ ਬੜੀ ਤਰੱਕੀ ਕੀਤੀ, ਮੋਦੀ ਨੇ ਆਹ ਕੀਤਾ, ਮੋਦੀ ਨੇ ਜੇ ਕੀਤਾ। ਕੀ ਕੀਤਾ ਹੁਣ ਤੱਕ? ਇਹਨਾਂ ਕੋਲ ਆਪਣਾ ਕੀ ਨਾ ਹੁਣ ਤੱਕ ਬਣਾਇਆ? ਹਰੇਕ ਚੀਜ਼ ਬਾਹਰੋਂ ਖਰੀਦਦੇ ਰਹੇ ਆ। ਅਤੇ ਹੁਣ ਇਹ ਕਹਿੰਦੇ ਵੀ ਜੋ ਕੁਝ ਅਸੀਂ ਰੂਸ ਕੋਲੋਂ ਹਥਿਆਰ ਖਰੀਦੇ ਆ, ਵੀ ਉਹਨਾਂ ਦੀ ਰੁੱਸ ਗਏ, ਅਤੇ ਸਾਰੀ ਰਿਪੇਅਰਿੰਗ ਪਾਰਟ ਕਈ ਕੁਝ ਮਗਰੋਂ ਚਾਹੀਦਾ ਹੁੰਦਾ, ਸਰਵਿਸ, ਉਹ ਸਭ ਕੁਝ ਖਤਮ। ਕਈ ਐਂਟੀ ਮਿਜ਼ਾਈਲ ਇਹਨਾਂ ਕਈ ਇਹਨਾਂ ਨੇ ਐਗਰੀਮੈਂਟ ਕੀਤੇ ਆ। ਸੋ ਇਸ ਕਰਕੇ ਫਸਿਆ ਪਿਆ ਆ ਇੰਡੀਆ। ਤੋਂ ਇਹ ਜੇ ਮੰਨ ਲਓ ਕਹਿੰਦੇ ਆ ਵੀ ਜੇ ਅਮੈਰੀਕਾ ਭਾਰਤ ਦੀ ਭੂਮੀ ਨੂੰ ਵਰਤਦਾ, ਜੇ ਨੈਟੋ ਹਮਲਾ ਕਰਦਾ ਰੂਸ 'ਤੇ, ਅਤੇ ਅਮੈਰੀਕਾ ਭਾਰਤ ਦੇ ਰਾਹੀਂ ਜਾਂਦਾ ਰੂਸ ਵੱਲ, ਜਾਂ ਭਾਰਤ ਅਮਰੀਕਾ ਦੀ ਸਾਈਡ ਦਿੰਦਾ, ਫਿਰ ਰੂਸ ਨੇ ਤਾਂ ਫਿਰ ਚੜ੍ਹ ਕੇ ਇੱਧਰ ਆਉਣਾ ਹੀ ਹੈ। ਚਾਈਨਾ ਫਿਰ ਰੂਸ ਦੀ ਸਾਈਡ 'ਤੇ ਹੀ ਹੈ ਤਕਰੀਬਨ। ਅਤੇ ਫਿਰ ਆਹ ਬਚਨ ਜਿਹੜੇ ਤਾਂ ਵੀ ਰੂਸ ਚੀਨ ਹਿੰਦ ਮੈਂ ਚੜ੍ਹਿਆ ਵਾ, ਇਹ ਗੱਲ ਵੀ ਹੋ ਸਕਦੀ ਆ। ਸੋ ਜਿਵੇਂ ਹੋਰ ਵੀ ਬਚਨ ਜਿਹੜੇ ਆਪਾਂ ਪੜ੍ਹਦੇ ਹਾਂ 100 ਸਾਖੀ ਦੇ, ਪਰ ਕਈ ਇਹਨੂੰ 100 ਸਾਖੀ ਬਚਨ ਨਹੀਂ ਮੰਨਦੇ। ਜਿਵੇਂ ਪਿਆਰਾ ਸਿੰਘ ਪਦਮ ਨੇ ਤਾਂ ਇਹ ਕਿਹਾ ਵੀ ਆਹ ਜਿਹੜੇ ਮੈਂ ਦੱਸਣ ਲੱਗਾ, ਜਬ ਹੀ ਰੂਸ ਪੰਜਾਬੇ ਆਵੈ, ਦੁਨੀਆ ਮਰੈ ਅੰਨ ਦਾ ਹਾਵੈ, ਰੁਪਏ ਸਿਰ ਅੰਨ ਵਿਕਾਵੈ, ਮੇਰਾ ਸਿੱਖ ਭੁੱਖਾ ਨਾ ਜਾਵੈ। ਤੋ ਇਹ ਭਾਈ ਪਿਆਰਾ ਸਿੰਘ ਪਦਮ ਆ ਜਿਹੜਾ, ਉਹਨੇ ਇਹ ਗੱਲ ਲਿਖੀ ਆ ਵੀ ਇੱਕ ਭਾਈ ਚੰਦਾ ਸਿੰਘ ਜੀ ਨਬੀਨਾ ਹੋਏ, ਉਹਨਾਂ ਨੇ 12 ਮਾਹ ਨਾਮੇ ਇੱਕ ਰਚਨਾ ਲਿਖੀ ਸੀ, ਅਤੇ ਉਹ ਕਹਿੰਦੇ ਉਹਦੀਆਂ ਤੁਕਾਂ ਆ, ਪਰ ਕਈ ਮੰਨਦੇ ਆ ਵੀ ਇਹ 100 ਸਾਖੀ ਦੀਆਂ ਤੁਕਾਂ ਹਨ। ਤੋ ਜਿਸ ਤਰ੍ਹਾਂ ਵੀ ਹੋਵੇ ਆ, ਸਾਰ ਤਾਂ ਚੀਨ ਰੂਸ ਦੇ ਬਣ ਰਹੇ ਆ ਵੀ ਵਿਸ਼ਵ ਯੁੱਧ ਲੱਗਣ ਦੇ, ਅਤੇ ਹੋ ਸਕਦਾ ਇਸ ਤਰ੍ਹਾਂ। ਪਰ ਭਾਈ ਪਿਆਰਾ ਸਿੰਘ ਪਦਮ ਨੇ ਇਹ ਉੱਥੇ ਗੱਲ ਥੋੜ੍ਹੀ ਜਿਹੀ ਕੀਤੀ ਸੀ ਸਾਂਝੀ, ਵੀ ਜਿਵੇਂ ਚੀਨ ਰੂਸ ਦੇ ਹਮਲੇ ਦੀ ਜਿਹੜੀ ਗੱਲ ਆ ਨਾ, ਉਹ ਜਿਵੇਂ ਪਹਿਲਾਂ ਜਿਵੇਂ ਵੀ ਰੂਸ ਦੇ ਭਾਰਤ ਆਉਣ ਦੀ ਗੱਲ ਚੱਲਦੀ ਰਹੀ ਸੀ। ਜਦੋਂ 1807 ਈਸਵੀ ਵਿੱਚ ਨਪੋਲੀਅਨ ਨੇ ਨਾ ਰੂਸ ਦੇ ਜ਼ਾਰ ਨਾਲ ਸੰਧੀਨਾਮਾ ਕੀਤਾ, ਕਹਿੰਦੇ ਨਪੋਲੀਅਨ ਨੇ ਰੂਸ ਦੇ ਜ਼ਾਰ ਨਾਲ ਸੰਧੀਨਾਮਾ ਕੀਤਾ ਜਦੋਂ, ਕਿ ਅਫਗਾਨਿਸਤਾਨ ਰਸਤੇ ਆਪਾਂ ਹਿੰਦ 'ਤੇ ਹਮਲਾ ਕਰਾਂਗੇ, ਹਿੰਦੁਸਤਾਨ 'ਤੇ। ਅਤੇ ਇਸ ਤੋਂ ਭੈ ਭੀਤ ਹੋ ਕੇ ਅੰਗਰੇਜ਼ਾਂ ਦਾ ਤਾਂ ਸੀ ਨਾ, ਇੰਡੀਆ 'ਚ ਅੰਗਰੇਜ਼ ਆ ਗਏ ਸੀ, ਅਤੇ ਅੰਗਰੇਜ਼ਾਂ ਨੇ ਇਸ ਗੱਲ ਤੋਂ ਡਰਦਿਆਂ ਫਿਰ ਮਹਾਰਾਜਾ ਰਣਜੀਤ ਸਿੰਘ ਵੱਲ ਮੈਟਕਾਫ ਦਾ ਮਿਸ਼ਨ ਭੇਜਿਆ ਸੀ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਨਾ ਇੱਧਰ, ਅਤੇ ਇੰਡੀਆ ਦੇ ਵਿੱਚ ਉਹ ਅੰਗਰੇਜ਼ ਆ ਗਏ ਸੀ। ਅਤੇ ਜਦੋਂ ਉਹਨੇ ਮਹਾਰਾਜਾ ਰਣਜੀਤ ਸਿੰਘ ਵੱਲ ਮਿਸ਼ਨ ਭੇਜਿਆ ਮੈਟਕਾਫ ਦਾ, ਭੈ ਭੀਤ ਹੋ ਗਏ ਰੂਸ ਤੋਂ ਗੋਰਿਆਂ ਫਰੰਗੀਆਂ ਨੇ, ਅਤੇ ਪਰ ਉਹਨੇ ਚਿਰ ਨੂੰ ਖਤਰਾ ਟਲ ਗਿਆ ਸੀਗਾ। ਅਤੇ ਅੰਗਰੇਜ਼ ਜਿਹੜੇ ਸੀ ਲੁਧਿਆਣੇ ਛਾਉਣੀ ਪਾ ਕੇ ਬਹਿ ਗਏ। ਅਤੇ ਇਹ ਸੰਧੀ ਫਿਰ 25 ਅਪ੍ਰੈਲ 1909 ਈਸਵੀ ਨੂੰ ਜਾ ਕੇ ਹੋਈ ਸੀ, ਜਿਹੜੀ ਮਹਾਰਾਜਾ ਰਣਜੀਤ ਸਿੰਘ ਨਾਲ ਕਰਨ ਆਏ ਸੀ। ਅਤੇ ਉਦੋਂ ਨਪੋਲੀਅਨ ਦੇ ਹਾਰ ਜਾਣ ਨਾਲ ਸਾਰੀ ਦਿਸ਼ਾ ਜਿਹੜੀ ਬਦਲ ਗਈ ਸੀ। ਅਤੇ ਪਰ ਫਿਰ ਵੀ ਫਰੰਗੀਆਂ ਵਿਰੁੱਧ ਲੜਨ ਸਮੇਂ ਜਿਹੜੇ ਹਿੰਦ ਵਾਸੀ ਸੀ, ਜਿਹੜੇ ਭਾਰਤ ਵਰਸੀ, ਉਹਨਾਂ ਦੀ ਨਜ਼ਰ ਰੂਸ ਵੱਲ ਜਾਂਦੀ ਰਹੀ ਆ।
ਅਤੇ ਬਾਬਾ ਰਾਮ ਸਿੰਘ ਕੂਕਾ ਜਿਹੜਾ ਉਹਦੇ ਵੱਲੋਂ ਵੀ ਮਿਸ਼ਨ ਰੂਸ ਭੇਜਣ ਦੀ ਗੱਲ ਆਉਂਦੀ ਆ। ਤੋ ਇਹ ਤਾਂ ਨਾਮਧਾਰੀ ਵੀ ਇਸ ਗੱਲ ਨੂੰ ਕਹਿੰਦੇ ਆ ਵੀ ਇਹ 100 ਸਾਖੀ ਦੇ ਬਚਨ ਹਨ। ਆਹ ਜਿਹੜੇ ਜਬ ਹੀ ਰੂਸ ਪੰਜਾਬੇ ਆਵੈ, ਦੁਨੀਆ ਮਰੈ ਅੰਨ ਦੈ ਹਾਵੈ, ਰੁਪਏ ਸ਼ੇਰ ਅੰਨ ਵਿਕਾਵੈ, ਮੇਰਾ ਸਿੱਖ ਭੁੱਖਾ ਨਾ ਜਾਵੈ। ਅਤੇ ਹੋਰ ਵੀ ਮੰਨਦੇ ਹਨ। ਅਤੇ ਭਾਈ ਪਿਆਰਾ ਸਿੰਘ ਪਦਮ ਕਹਿੰਦੇ ਭਾਈ ਚੰਦਾ ਸਿੰਘ ਨਬੀਨਾ ਦੀ ਗੱਲ ਹੈ ਜਿਹੜੀ। ਪਰ ਪਹਿਲੇ ਮੈਂ ਬਚਨ ਆਪ ਜੀ ਦੇ ਨਾਲ ਮੈਂ ਸਾਂਝੇ ਕੀਤੇ ਆ ਕਿ ਤਬੀ ਰੂਸ ਚੀਨ ਹਿੰਦ ਮੈਂ ਚੜ੍ਹ ਆਵੈ। ਇਹ ਗੱਲ 100 ਸਾਖੀ ਦੇ ਬਚਨ ਹਨ, ਗੁਰਮੁਖ ਸਾਰੇ ਦੱਸਦੇ ਆ। ਤੋ ਇਸ ਤਰ੍ਹਾਂ ਮੇਰੇ ਕਹਿਣ ਤੋਂ ਭਾਵ ਸੀ ਵੀ ਇਹ ਵਿਸ਼ਵ ਯੁੱਧ ਹੋ ਸਕਦਾ ਆ ਭਾਰਤ ਉੱਤੇ, ਚੀਨ ਰੂਸ ਚੜ੍ਹ ਕੇ, ਚੀਨ ਨਾਲ ਅਤੇ ਭਾਰਤ 'ਚ ਅੱਗੇ ਲੱਗਦੀ ਆ ਵੀ ਜੇ ਭਾਰਤ ਅਮਰੀਕਾ ਵੱਲ ਜਾਂ ਯੂਰਪ ਵੱਲ ਹੁੰਦਾ ਤਾਂ ਫਿਰ ਰੂਸ ਚੀਨ ਨੇ ਤੇ ਹਮਲਾ ਕਰਨਾ ਹੀ ਆ ਨਾ। ਸੋ ਇਸ ਕਰਕੇ ਇਹ ਵਿਸ਼ਵ ਯੁੱਧ ਲੱਗ ਸਕਦਾ ਆ। ਅਤੇ ਮਹਾਰਾਜ ਜੀ ਕਹਿੰਦੇ ਆ ਵੀ ਪੂਰਾ ਨਿਆਂ ਕਰੇ ਕਰਤਾਰ, ਭਗਤੀ ਕਰਨਗੇ, ਸਿਮਰਨ ਕਰਨਗੇ, ਉਹ ਬਚ ਰਹਿਣਗੇ। ਸੋ ਜਿਵੇਂ ਇੰਗਲੈਂਡ ਦਾ ਜਿਹੜਾ ਰਸਲ ਜਿਹੜਾ ਇੱਕ ਰਾਈਟਰ ਹੋਇਆ ਆ, ਫਿਲੋਸਫਰ ਹੋਇਆ ਆ, ਇੱਕ ਰਾਈਟਰ ਅਤੇ ਇਤਿਹਾਸਕਾਰ ਹੋਇਆ, ਰਾਈਟਰ ਫਿਲੋਸਫਰ ਹੋਇਆ ਇੱਕ ਇਹਨਾਂ ਦਾ ਇੰਗਲੈਂਡ ਦਾ ਰਸਲ। ਅਤੇ ਉਹ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਹਿਬ ਜੀ ਦੀ ਵਡਿਆਈ ਕਰਦਾ ਆ। ਅਤੇ ਕਹਿੰਦਾ ਆ ਵੀ ਇਹ ਜਿਸ ਤਰ੍ਹਾਂ ਤੀਸਰਾ ਵਿਸ਼ਵ ਯੁੱਧ ਲੱਗੂਗਾ, ਉਹ ਵੀ ਬਹੁਤ ਚਿਰ ਪਹਿਲਾਂ ਇਹ ਗੱਲ ਕਹਿੰਦਾ ਵੀ ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਵੇਖ ਕੇ ਉਹ ਗੱਲ ਕਹਿੰਦਾ ਕਿੱਦਾਂ ਵੀ ਜਿਵੇਂ ਨਾਈਟ੍ਰੋਜਨ ਬੰਬ, ਪਰਮਾਣੂ ਬੰਬ ਬਣਾਏ ਗਏ ਆ ਅਤੇ ਇਹ ਚੱਲਣ ਦੇ ਨਾਲ ਜੇ ਕੋਈ ਵਿਸ਼ਵ ਯੁੱਧ ਤੀਸਰਾ ਲੱਗੂਗਾ, ਨਾਈਟ੍ਰੋਜਨ ਬੰਬ ਚੱਲ ਸਕਦੇ ਆ ਅਤੇ ਇਹ ਚੱਲਣ ਦੇ ਨਾਲ ਦੁਨੀਆ ਮਰਨੀ ਆ। ਅਤੇ ਜੇ ਕੋਈ ਇਹਨਾਂ 'ਚੋਂ ਬਚ ਗਿਆ ਅਤੇ ਉਹਨੂੰ ਸਿੱਖਿਆ ਦੇਣ ਵਾਲੇ ਇੱਕੋ ਇੱਕ ਸਿੱਖ ਧਰਮ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਹੋਣਗੇ। ਸੋ ਇਸ ਕਰਕੇ ਆਪਾਂ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਲੜ ਫੜੀਏ ਅਤੇ ਗੁਰੂ ਅੱਗੇ ਅਰਦਾਸ ਕਰੀ, ਜਗਤ ਜਲਨ ਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰ ਉਭਰੈ ਤਿਤ ਲੇਹ ਉਬਾਰ। ਸੋ ਇਸ ਕਰਕੇ ਪਹਿਲੀ ਗੱਲ ਤਾਂ ਹਿੰਦੁਸਤਾਨ ਹੀ ਵੇਖੋ ਹੁਣ ਸਾਡੇ ਪਾਣੀਆਂ 'ਤੇ ਵੀ ਕਬਜ਼ਾ ਕਰ ਲਿਆ ਉਹਨਾਂ ਨੇ, ਅਤੇ ਪੰਜਾਬ ਦੇ ਡੈਮ 'ਤੇ ਕਿੰਨਾ ਕੁਛ ਸਿੱਖਾਂ ਨਾਲ ਧੱਕਾ ਹੋ ਰਿਹਾ ਆ। ਸੋ ਰਾਸ਼ਟਰਪਤੀ ਲਾਗ ਅੱਧਾ ਕਹਿੰਦੇ ਲਾਗੂ ਹੋਇਆ ਪਿਆ ਆ। ਇਸ ਕਰਕੇ ਹਿੰਦੁਸਤਾਨ 'ਚ ਪਹਿਲਾਂ ਵਾਂਗੂ ਸਿੱਖਾਂ ਨਾਲ ਹੋ ਸਕਦਾ ਆ, ਵਿਸ਼ਵ ਯੁੱਧ ਵੀ ਲੱਗ ਸਕਦਾ ਹੈ। ਇਸ ਕਰਕੇ ਗੁਰੂ ਦੇ ਹੁਕਮ ਮੰਨੀਏ, ਅੱਗੋਂ ਦੇ ਜੇ ਚੇਤੀ ਆ ਤਾਂ ਕਾਇਦ ਮਿਲਿਆ ਸਜਾਏ। ਅਤੇ ਬਾਬਰ ਜਿਵੇਂ ਚੜ੍ਹ ਕੇ ਆਇਆ ਸੀ ਅਤੇ ਰੱਬ ਨੂੰ ਭੁੱਲੇ ਸੀ ਜਿਹੜੇ, ਤਾਂ ਮੰਦਾ ਹਾਲ ਹੋਇਆ ਉਹਨਾਂ ਦਾ। ਸਾਹਾਂ ਸੁਰਤ ਗਵਾਈਆਂ ਰੰਗ ਤਮਾਸ਼ਾ ਚਾਏ, ਤਮਾਸ਼ਿਆਂ 'ਚੋਂ ਬਾਹਰ ਨਿਕਲੀਏ, ਕੇਸਾ ਧਾਰੀ ਹੋਈਏ, ਅੰਮ੍ਰਿਤ ਧਾਰੀ ਹੋਈਏ, ਸਿੰਘ ਸੱਜੀਏ ਬਾਣੀ ਵਿੱਚ। ਅਤੇ ਕਿਸੇ ਵੇਲੇ ਵੀ ਵੱਡੀਆਂ ਘਟਨਾ ਵਾਪਰ ਸਕਦੇ। ਕਈ ਗੁਰਮੁਖਾਂ ਦੇ ਬਚਨ ਤਾਂ ਇਹ ਵੀ ਸੁਣਿਆ ਵੀ ਛੇਤੀ ਇਹ ਹੋਣ ਵਾਲਾ ਜੰਗਾਂ ਲੱਗਣ ਵਾਲੀਆਂ। ਧੰਨ ਸ੍ਰੀ ਮਾਨ ਸੰਤ ਬਾਬਾ ਠਾਕੁਰ, ਧੰਨ ਸ੍ਰੀ ਮਾਨ ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ ਮਹਾਂਪੁਰਖ ਪਿੰਡਰਾਂ ਵਾਲਿਆਂ ਦੇ ਵੀ ਬਚਨ ਵੀ ਤੁਸੀਂ ਪੜ੍ਹੇ ਹੋਣਗੇ। ਮਹਾਂਪੁਰਖ ਕਹਿੰਦੇ ਵੀ ਇਸ ਤਰ੍ਹਾਂ ਜੰਗ ਲੱਗੇਗੀ, ਜਹਾਜ਼ ਬੰਦ ਹੋਣਗੇ, ਪੰਜ ਪਿਆਰੇ ਨਹੀਂ ਮਿਲਣਗੇ, ਚੱਕੀਆਂ ਚੱਲਣਗੀਆਂ ਹੈ ਨਾ। ਅਤੇ ਭਾਈ ਸ਼ੇਰ ਸਿੰਘ ਜੀ ਆ ਇੱਕ, ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਦੋਂ ਅਟੈਕ ਹੋਇਆ ਸੀਗਾ, ਹਿੰਦੁਸਤਾਨ ਫੌਜ ਨੇ ਕੀਤਾ ਸੀ, ਅਤੇ ਉਹ ਉਦੋਂ ਗਿਆ ਭਾਈ ਸ਼ੇਰ ਸਿੰਘ ਜੀ ਮਹਾਰਾਜ ਵਾਲੇ ਦਮਦਮੀ ਟਕਸਾਲ ਦੇ ਵਿਦਿਆਰਥੀ ਰਹੇ ਆ। ਉਹ ਪਹਿਲਾਂ ਫੌਜ 'ਚ ਵੀ ਰਹੇ ਆ ਅਤੇ ਸ੍ਰੀ ਹੇਮਕੁੰਟ ਸਾਹਿਬ ਸੱਦੇ ਚੋਟੀਆਂ 'ਤੇ ਉਹ ਕੇਸਰੀ ਨਿਸ਼ਾਨ ਚਲਾ ਕੇ ਆਉਂਦੇ ਰਹੇ ਆ। ਸ਼ਬਦ ਸਿੰਘ ਸ਼ੋਭਤ ਹੈ ਜਹਾਂ ਤੋਂ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਚਨ ਨੇ ਹੇਮਕੁੰਟ 7 ਚੋਟੀਆਂ ਦੇ। ਉਹ ਜਦੋਂ ਮੈਂ ਧੰਨ ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਜੀ ਦੇ ਵਿਦਿਆਰਥੀ ਗਿਆਨੀ ਹਰਦੀਪ ਸਿੰਘ ਕੋਲ ਮੈਂ ਉੱਥੇ ਹਜ਼ੂਰ ਸਾਹਿਬ ਪੜ੍ਹਦਾ ਸੀ ਵਿੱਦਿਆ, ਉੱਥੇ ਉਹਨਾਂ ਮੈਨੂੰ ਦੱਸਿਆ ਵੀ ਮੈਂ ਹਰਿਮੰਦਰ ਸਾਹਿਬ ਜਦੋਂ ਅਟੈਕ ਹੋਇਆ ਹਿੰਦੁਸਤਾਨ ਫੌਜਾਂ ਕੀਤਾ, ਉਦੋਂ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਸਮੇਂ ਅਸੀਂ ਨਾਲ ਹਾਂ ਉੱਥੇ ਅਟੈਕ ਵਿੱਚ। ਅਤੇ ਕੁਝ ਸਿੰਘਾਂ ਦੇ ਚਲੋ ਸਵਾਸ ਅਜੇ ਬਚ ਰਹੇ, ਕਈ ਸਿੰਘਾਂ ਫਿਰ ਗੁਪਤ ਲੜਾਈਆਂ ਲੜੀਆਂ, ਕਈ ਉੱਥੇ ਜੂਝ ਕੇ ਸ਼ਹੀਦ ਹੋਏ, ਕਈ ਗੁਰੀਲਾ ਯੁੱਧ ਨੀਤੀ ਨਾਲ ਲੜੇ। ਸੋ ਉਹ ਵੀ ਭਾਈ ਮਹਾਰਾਜ ਸ਼ੇਰ ਸਿੰਘ, ਭਾਈ ਮਹਾਰਾਜ ਵਾਲੇ ਭਾਈ ਸ਼ੇਰ ਸਿੰਘ ਜੀ ਵੀ ਖੂਹ ਕੁਝ ਕੁ ਸਾਲ ਪਹਿਲਾਂ ਖੂਹ ਸਾਫ਼ ਕਰਾਉਣ ਦੀ ਸੇਵਾ ਮਾਲ ਵਿੱਚ ਕਰਾਉਂਦੇ ਰਹੇ ਵੀ ਖੂਹਾਂ ਦੀ ਲੋੜ ਪੈਣੀ, ਚੱਕੀਆਂ ਦੀ ਲੋੜ ਪੈਣੀ ਆ। ਅਤੇ ਪੰਜ ਪਿਆਰੇ ਫਿਰ ਧੰਨ ਸ੍ਰੀ ਮਾਨ ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ ਜੀ ਮਹਾਂਪੁਰਖ ਕਹਿੰਦੇ ਮਿਲਣੇ ਨਹੀਂ ਆ, ਅਤੇ ਅੰਮ੍ਰਿਤ ਛਕ ਲਈਏ ਛੇਤੀ ਛੇਤੀ। ਅਤੇ ਮਹਾਂਪੁਰਖ ਕਹਿੰਦੇ ਅਨੰਦਪੁਰ ਸਾਹਿਬ ਵੱਸੋ, ਚੜ੍ਹਦੀ ਕਲਾ ਨਾਲ ਰਹੋ ਸਿੰਘ ਸੱਜੋ। ਅਤੇ ਜਹਾਜ਼ ਬੰਦ ਕਰੋਨਾ 'ਚ ਹੋਏ, ਹੁਣ ਤਾਂ ਜਿਵੇਂ ਇੱਥੇ ਯੂਕਰੇਨ 'ਚ ਜਹਾਜ਼ ਜਾ ਨਹੀਂ ਸਕਿਆ, ਇੰਡੀਆ ਦਾ ਬੰਦ ਹੀ ਹੋ ਗਿਆ ਹਿਸਾਬ ਨਾਲ, ਉੱਥੇ ਪਹੁੰਚ ਨਹੀਂ ਸਕਿਆ। ਤੋ ਇਸ ਕਰਕੇ ਕਈ ਗੁਰਮੁਖ ਹੁਣ ਵੀ ਕਈ ਮਹਾਂਪੁਰਖ ਜਿਹੜੇ ਹੁਣ ਹਨ ਉਹ ਤਾਂ ਕਹਿੰਦੇ ਛੇਤੀ ਸਮਾਂ ਆਉਣ ਵਾਲਾ
ਉਹ ਜਿਵੇਂ ਕੋਈ ਪਤਾ ਨਹੀਂ, ਉੱਦਾਂ ਤਾਂ ਮਹਾਰਾਜ ਸਾਹਿਬ ਵੀ ਆਪਣੀ ਲੀਲਾ ਆਪ ਹੀ ਜਾਣਦੇ ਆ। ਪਰ ਜਿਵੇਂ ਉਹ ਕਹਿੰਦੇ ਸੀ ਵੀ ਜਿਵੇਂ ਵਿਸਾਖੀ, ਜਿਵੇਂ ਹੁਣ ਆਉਣ ਵਾਲੀ ਅਪ੍ਰੈਲ 'ਚ ਵਿਸਾਖੀ ਦੇ ਨੇੜੇ ਤੇੜੇ ਹੋ ਸਕਦਾ ਕਿ ਹਿੰਦੂਆਂ ਦਾ ਹੀ ਕੋਈ ਭਵਿੱਖਤ ਬਾਅਦ 'ਚ ਦੱਸਣ ਵਾਲਾ, ਕਿ ਹਿੰਦੂਆਂ ਦਾ ਗ੍ਰੰਥ ਵੀ ਕੋਈ ਦੱਸਦੇ, ਉਹਦੀਆਂ ਵੀ ਪਿਕਚਰਸ ਕਈ ਸੈਂਡ ਕਰਨ ਡਿਆ, ਉਹਦੇ ਵਿੱਚ ਵੀ ਆ ਯੂਰਪ ਵਿੱਚ ਜਾਂ ਜੰਗ ਲੱਗਣ ਦੀ ਥੋੜ੍ਹੀ ਗੱਲ ਕਹੀ ਆ, ਵੀ ਥੋੜ੍ਹਾ ਅਪ੍ਰੈਲ ਜਿਹਦਾ ਜ਼ਿਕਰ ਕਰਦੇ ਆ ਜਿਹੜੀ 2022 ਦੀ ਜੰਗ ਲੱਗਣ ਦੀ, ਵਿਸ਼ਵ ਯੁੱਧ ਦੀ। ਇਹ ਮਹਾਂਪੁਰਖ ਹੋਏ ਆ ਗੁਰਮੁਖ ਸਾਧੂ, ਜਿਵੇਂ ਮੈਂ ਅੱਜ ਨੂੰ ਦੱਸਣ ਦਿਆਂ, ਉਹਨਾਂ ਵੀ ਜਿਵੇਂ ਵਿਸਾਖੀ ਅਪ੍ਰੈਲ ਲਾ ਕੇ ਗੱਲ ਦੱਸੀ ਇਸ ਤਰ੍ਹਾਂ। ਬਾਕੀ ਮੈਂ ਆਪ ਜੀ ਨੂੰ ਇਹ ਬਚਨ ਕਹਿ ਰਿਹਾ, ਬਾਕੀ ਤਾਂ ਮਹਾਰਾਜ ਸਾਹਿਬ ਜਾਣਦੇ ਆ। ਉਹ ਤਾਂ ਜਾ ਕਰਤਾ ਸਿਰ ਠੀਕ ਹੋ ਸਾਜੇ ਆਪੇ ਜਾਣੈ ਸੋਈ, ਉਹੀ ਜਾਣਦਾ ਕੀ ਹੋਣਾ ਕੀ ਵਾਪਰਨਾ, ਹੈ ਨਾ। ਅਤੇ ਜਿਵੇਂ ਮਹਾਰਾਜ ਜੀ ਕਹਿੰਦੇ ਕਰਤੇ ਕੀ ਮਿਤ ਕਰਤਾ ਜਾਣੈ ਕੈ ਜਾਣੈ ਗੁਰ ਸੂਰਾ, ਜਾਂ ਉਹ ਆਪਣੀ ਗਤ ਮਿਤ ਉਹ ਕਰਤਾ ਜਾਣਦਾ ਜਾਂ ਗੁਰੂ ਸੂਰਮਾ ਜਾਣਦਾ। ਕਰਤੇ ਕੀ ਮਿਤ ਕਰਤਾ ਜਾਣੈ ਕੈ ਜਾਣੈ ਗੁਰ ਸੂਰਾ, ਜਾ ਕਰਤਾ ਸਿਰ ਠੀਕ ਹੋ ਸਾਜੇ ਆਪੇ ਜਾਣੈ ਸੋਈ, ਉਹੀ ਜਾਣਦਾ ਹੈ। ਪਰ ਅਸੀਂ ਜੋ ਹਾਲਾਤ ਬਣ ਰਹੇ ਆ ਤਾਂ ਐਸਾ ਹੋ ਸਕਦਾ, ਵਿਸ਼ਵ ਯੁੱਧ ਲੱਗ ਸਕਦਾ ਹੈ। ਸੋ ਮਹਾਰਾਜ ਕਹਿੰਦੇ ਅੱਗੋਂ ਦੇ ਜੇ ਚੇਤੀ ਹੈ ਤਾਂ ਕਾਇਦ ਮਿਲੈ ਸਜਾਏ, ਅੱਗੋਂ ਪਹਿਲਾਂ ਸੁਚੇਤ ਹੋਈਏ, ਬਾਣੀ ਪੜ੍ਹੀਏ, ਨਾਮ ਜਪੀਏ, ਭਗਤੀ ਕਰਨ ਵਾਲੇ ਮਹਾਰਾਜ ਜੀ ਬਚਣਗੇ। ਸੋ ਜਾਂ ਜੇ ਸੂਰਮੇ ਹੋਣਗੇ ਜੂਝ ਕੇ ਸ਼ਹੀਦੀਆਂ ਪਾਉਣਗੇ, ਤਾਂ ਸੂਰਬੀਰ ਯੋਧਿਆਂ ਦਾ ਇਹ ਵੀ ਮੰਨਣਾ ਆ, ਭਾਵਨਾ ਵਾਲਿਆਂ ਦਾ ਵੀ, ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਚੜ੍ਹ ਕੇ ਆਉਣਗੇ, ਟਾਰੀ ਬਾਰਡਰ ਨੂੰ ਖਾਲਸਾ ਚੜ੍ਹ ਕੇ ਆਉਣ ਦੀ 100 ਸਾਖੀ ਜਿਹੜੀ ਬਚਨ ਕਹੇ ਆ, ਇਹ ਧੰਨ ਸ੍ਰੀ ਮਾਨ ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ ਜੀ ਮਹਾਂਪੁਰਖ ਵੀ ਕਹਿੰਦੇ ਰਹੇ ਵੀ ਸੰਤ ਬਾਬਾ ਜਰਨੈਲ ਸਿੰਘ ਜੀ ਚੜ੍ਹਦੀ ਕਲਾ 'ਚ ਆ, ਅਤੇ ਟਾਰੀ ਬਾਰਡਰ ਨੂੰ ਖਾਲਸਾ ਚੜ੍ਹ ਕੇ ਆਉਣ ਦੀ ਬਾਹਰ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਵੀ ਆ ਸਕਦੇ, ਵੀ ਬਹੁਤੇ ਸਿੰਘਾਂ ਦੇ ਬਚਨ ਭਾਵਨਾ। ਸੋ ਤਿਆਰ ਬਰ ਤਿਆਰ ਹੋ ਕੇ ਜਿਹੜੇ ਬਾਣੀ ਪੜ੍ਹਨਗੇ, ਜੂਝ ਕੇ ਸੂਰਮਿਆਂ ਵਾਂਗੂ ਸ਼ਹੀਦ ਹੋਣਗੇ ਜਾਂ ਰਾਜ ਕਰਨਗੇ, ਤਾਂ ਫਿਰ ਜਿਹੜੇ ਉਸ ਤਰ੍ਹਾਂ ਜਿਹੜੇ ਨੇ ਦਲੇ ਮਲੇ ਹੀ ਜਾਣੇ ਨਾ, ਜਿਹਨਾਂ ਰੱਬ ਨੂੰ ਜਪਿਆ ਨਹੀਂ, ਅਤੇ ਜਾਂ ਕੋਈ ਕੈਰਾਂ ਵਾਂਗੂ। ਇਸ ਲਈ ਖਾਲਸਾ ਰਾਜ ਵੀ ਉਹਦੇ ਹੋਣ ਦੇ ਬਚਨ 100 ਸਾਖੀ 'ਚ ਆਏ ਵੀ ਦਿੱਲੀ 'ਤੇ ਖਾਲਸਾ ਫੌਜਾਂ ਬਹਿਣੀਆਂ, ਕੇਸਰੀ ਨਿਸ਼ਾਨ ਚਲਾਉਣੇ ਆ, ਅਤੇ ਨੰਗਾ ਭੁੱਖਾ ਕੋਈ ਨਹੀਂ ਜਾਣਾ, ਤੋਂ ਪਰ ਉਹ ਤੋਂ ਪਹਿਲਾਂ ਤਾਂ ਸ਼ਹੀਦੀਆਂ ਹੋਣੀਆਂ। ਸੋ ਇਸ ਕਰਕੇ ਵਿਸ਼ਵ ਯੁੱਧ ਵੀ ਲੱਗ ਸਕਦਾ, ਤਿਆਰ ਬਰ ਤਿਆਰ ਹੋਈਏ, ਬਾਣੀ ਪੜ੍ਹੀਏ, ਨਾਮ ਜਪੀਏ। ਤੋ ਇਹ ਸਵਾਸਾਂ ਦਾ ਕੋਈ ਭਰੋਸਾ ਨਹੀਂ ਗਾ, ਕਿਸ ਵੇਲੇ ਕੀ ਦੁਨੀਆ 'ਚ ਵਾਪਰ ਜਾਣਾ ਹੈ। ਅਤੇ ਸ਼ਸਤਰ ਕੇ ਅਧੀਨ ਹੈ ਰਾਜ, ਜੋ ਨਹਿ ਧਰੈ ਤਿਸ ਬਿਗੜਹਿ ਕਾਜ, ਜੋ ਸ਼ਸਤਰਧਾਰੀ ਨਹੀਂ ਹੁੰਦਾ ਉਹਦੇ ਕਾਜ ਵਿਗੜਦੇ ਆ। ਇਸ ਕਰਕੇ ਮਹਾਰਾਜ ਜਦ ਮੇਰੇ ਦਰਸ਼ਨ ਕੋ ਆਓ, ਹੋਇ ਸੁਚੇਤਨ ਸ਼ਸਤਰ ਸਜਾਓ। ਸ਼ਸਤਰਧਾਰੀ ਆਟੋਮੈਟਿਕ ਹਥਿਆਰ ਲਈਏ, ਜਾਂ ਕਿਰਪਾਨਾਂ ਰੱਖੀਏ 9 ਇੰਚੀ 3 ਫੁੱਟੀ ਹਮੇਸ਼ਾ ਕੋਲ, ਵੱਧ ਤੋਂ ਵੱਧ ਬਾਣੀ ਪੜ੍ਹੀਏ, ਨਾਮ ਜਪੀਏ, ਇਹਦੇ ਵਿੱਚ ਹੀ ਸਾਡਾ ਭਲਾ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।